पेश किया गया इमीडिएटली मता पेश किया केड़ी ब्रांच ने पिछले 1 साल तो जब तो एक कमेटी बनी गई सी किसी ने भी ओदी वेरीफिकेशन कंप्लीट नहीं की। एक मिनट मैम प्लीज ਤੁਸੀਂ ਆਫੀਸਰਸ ਨੂੰ ਬਚਾਓ ਨਾ। ਲਾਸਟ ਮੀਟਿੰਗ 'ਚ ਵੀ ਇਹੀ ਗੱਲ ਹੋਈ ਸੀਗੀ ਕਿ ਜੇ ਇਮੀਡੀਏਟਲੀ ਲਿਸਟਾਂ ਦੇਣ ਦੀ ਨਹੀਂ ਜੀ ਬਚਾ ਰਹੀ ਨਾ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ। ਲਾਸਟ ਮੀਟਿੰਗ ਦੇ ਵਿੱਚ ਇੱਕੋ ਹੀ ਗੱਲ ਉੱਠੀ ਸੀਗੀ ਕਿ ਇਹ ਲਿਸਟਾਂ ਫਿਰ ਦੇਣ ਦੀ ਨੌਬਤ ਕਿਉਂ ਆਈ। ਹੁਣ ਅੰਕੁਰ ਜੀ ਨੇ ਪੜਿਆ ਹੈ ਕਿ ਉਹਦੇ ਵਿੱਚ ਗਲਤ ਸੀਗਾ ਜੇ ਗਲਤ ਸੀਗਾ ਤਾਂ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ। ਆਪਾਂ ਇਹ ਗੱਲ ਦੱਸੋ ਵੀ ਇਹ ਜਿਹੜੇ 3500 ਆਪਣੇ ਮੁਲਾਜ਼ਮ ਆ ਆਪਾਂ ਪੱਕੇ ਕਰਨੇ ਹਾਊਸ ਆਪਣੀ ਮਨ ਹੈ ਤਾਂ ਸਾਰੇ ਜੇ ਹਾਊਸ ਦੇ ਸਾਰੇ ਹਾਊਸ ਦੇ ਪੱਕੇ ਕਰਦੇ ਆ ਪਰ ਚੋਰ ਕੋਈ ਗੱਲ ਨਹੀਂ ਜਿਹੜੇ ਚੋਰ ਹੋਣਗੇ ਉਹ ਅਲੱਗ ਕਰ ਠੀਕ ਹੈ। ਤੁਸੀਂ ਇਹਨੂੰ ਪਾਸ ਕਰੋ ਜੀ ਇਹਨੂੰ ਬਿਲਕੁਲ ਇਹਨੂੰ ਕਲੀਅਰ ਹੋਣਾ ਚਾਹੀਦਾ। ਜੇ ਕੋਈ ਮਾੜੀ ਮੋਟੀ ਇਹਦੀ ਕੋਈ ਕਮੀ ਪੇਸ਼ੀ ਆ ਤਾਂ ਕੋਈ ਗੱਲ ਨਹੀਂ ਦੇਖ ਲਾਂਗੇ ਇਹਨੂੰ ਅਪਰੂਵਲ ਦਿਓ ਹਾਊਸ ਕਿਉਂਕਿ ਇਹਨੂੰ ਗੱਲ ਥੋੜੀ ਹੈ ਜਦੋਂ ਕੋਈ ਕਿਸੇ ਦੀ ਗੱਲ ਆਉਂਦੀ ਹੋ ਤੁਸੀਂ ਤਾਂ ਛਿੰਝਾ ਪਾ ਕੇ ਭੇਜੇ ਕਿਉਂ ਭੇਜੀ ਆਪਾਂ ਛਿੰਝਾ ਪਾ ਕੇ ਕੋਈ ਹੋਰ ਗੱਲ ਮਤਲਬ ਤੁਹਾਡੀ ਟੈਨਸ਼ਨ ਹੈ ਤੁਸੀਂ ਨਹੀਂ ਹੋਣਾ ਚਾਹੁੰਦੇ ਪਾਸੇ ਤੁਹਾਡੀ ਟੈਨਸ਼ਨ ਹੈ ਤੁਸੀਂ ਨਹੀਂ ਹੋਣਾ ਚਾਹੁੰਦੇ ਪਾਸੇ ਤੁਹਾਡੀ ਟੈਨਸ਼ਨ ਹੈ ਤੁਸੀਂ 3600 ਮੈਂਬਰਾਂ ਨੂੰ ਪਾਸ ਨਹੀਂ ਹੋਣਾ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਗੱਲ ਸੱਤੇ ਨਾ ਹੋਣ ਤੁਸੀਂ ਇਹ ਚਾਹੁੰਦੇ ਤੁਹਾਡੀ ਇਹ ਟੈਨਸ਼ਨ ਇਹ ਤੁਹਾਡੀ ਟੈਨਸ਼ਨ ਹੈ ਤੁਹਾਡੀ ਟੈਨਸ਼ਨ ਹੈ ਤੁਸੀਂ ਜਾਣ ਕੇ ਖਰਾਬ ਕਰ ਰਹੇ ਹੋ ਆਉਗਾ ਟਾਈਮ ਖਰਾਬ ਕਰ ਰਹੇ ਹੋ ਇਹਦੇ ਪੈਸਾ ਲੱਗੇ ਆਫੀਸਰ ਲੱਗੇ ਨੇ ਸਾਰੇ ਲੱਗੇ ਨੇ ਕਮੇਟੀ ਬਣ ਗਈ ਅੱਜ ਤੁਹਾਡੀ ਕਮੇਟੀ ਦੇ ਮੈਂਬਰ ਨੇ ਸਾਹਿਬ ਪ੍ਰਕਾਸ਼ ਜੀ ਬੈਠੇ ਨੇ ਇਹ कोई गल नहीं हुआ है। आपको लगता है क्यों किया गया किसने, क्योंकि आप लोग तो कर्मचारियों को पक्के करने की बात कर रहे हैं, उस पर काम भी किया पिछली सरकार ने, मंत्री साहब ने बहुत काम किया, तो क्या हुआ ये सब क्यों हुआ। देखो जो मैनू लगता है जेड़े अज मेरे भरा आए सीगे कुछ इत्थे गल करन अपनी या कुछ भी करन मिसगाइडिड होके आए सी, किसी द्वारा भेजे गए सी, गलत गाइड करके उन्होंने गलत इन्फॉर्मेशन दे के जदों मैं और मेयर साहब ने उन्होंने नाल गल की कि असी सारे चाहते हैं कि जोड़े कच्चे मुलाजम साडे कारपोरेशन च इन्ने सालों तो काम करते वो पक्के होण ते लेकिन नाल दे नाल ये भी गल हैगी है कि ਜਿਹੜੀਆਂ ਨਵੀਆਂ ਲਿਸਟਾਂ ਵਿੱਚ ਐਡ ਹੋ ਰਹੀਆਂ ਜਾਂ ਜਿਹੜੇ ਮਰੇ ਹੋਏ ਬੰਦੇ ਪਾ ਰਹੇ ਆ ਜਾਂ ਐਸੇ ਬੰਦੇ ਜਿਹੜੇ ਸੜਕਾਂ ਤੇ ਤਾਂ ਝਾੜੂ ਲਗਾਉਂਦੇ ਨਹੀਂ ਤੇ ਉਹ ਵੀ ਪੱਕੇ ਹੋਣ ਜਾ ਰਹੇ ਆ, ਉਹਨਾਂ ਨੂੰ ਤਾਂ ਨਹੀਂ ਇਹ ਓਪਰਚੁਨਿਟੀ ਮਿਲਣੀ ਚਾਹੀਦੀ। ਓਪਰਚੁਨਿਟੀ ਉਹਨੂੰ ਮਿਲਣੀ ਚਾਹੀਦੀ ਹੈ ਜਿਹੜਾ ਵਿਚਾਰਾ 20 ਸਾਲ ਤੋਂ ਜਾਂ 1.5 ਸਾਲ ਜਦੋਂ ਇੰਨਾ ਮੁਸ਼ਕਿਲ ਦਾ ਟਾਈਮ ਸੀ, ਬੰਦਾ ਆਪਣੇ ਭਰਾ ਨੂੰ ਆਪਣੇ परिवार नूं भी नहीं मिल पा रहा सी, तो मेरे वो सफाई सेवक सीवरमैन वीर सड़कों ते सीगे कोविड के टाइम दे विच काम कर रहे सी, उन्हां बच्चों का हक मार के नवीं लिस्टां विच पा दित्तियां जाण, ये तो जायज़ नहीं है। और जिन्हें अफसरां ने लिस्टां पाईयां आ, मेरा तो पिछली मीटिंग च भी यही इशू सी और कल दी मीटिंग च भी यही इशू सीगा कि उन्हां अफसरां ते कार्रवाई क्यों नहीं हो रही। मेरे एक साथी कौंसलर ने बकायदा पिछली मीटिंग च अपने लैटर पैड ते लिख के दिता आ कि मेरे को मेरे वार्ड च 16 या 17 कौंसलर है, पर जिहड़ी लिस्ट मेरे वार्ड की बन के आई है वो 32 की किद्दां हो गई। जे मेरे को 32 बंदे है तो मेरे बाकी बंदे प्रोवाइड किए जान। हर हाउस मीटिंग दे विच कौंसलर रौला पाते हैं भी साडे कोल बंदे घट है, साडे कोल बंदे घट है, तो जदों बंदियां दे पक्के होने की वारी आई तो इन्ने सारे बंदे निकल के आ गए। जे आप पूरे वार्डा नाल डिवाइड करिए तो साडे लुधियाना शहर च तो गंद ही नहीं रहना चाहिए। तो वो बच्चे बेचारे सफ़र कर गए जेडे कि इन्ने सालों तो झाड़ू भी मार रहे, वो भी कर रहे हैं। उन्होंने जी ये 2 दिन छुट्टी ते नहीं आया, 3 महीने एबसेंट रहा, उन्होंने बाहर कढ़ के किसी होर दे नाम पाते। तुसी
ਕਾਰਪੋਰੇਸ਼ਨ ਦੇ ਵਿੱਚੋਂ ਏਜੰਡਾ ਬ੍ਰਾਂਚ ਤੋਂ ਏਜੰਡਾ ਲੈ ਲਓ, ਮੇਅਰ ਸਾਹਿਬ ਦੇ ਆਫਿਸ 'ਚ ਏਜੰਡਾ ਲੈ ਲਓ, ਤੁਹਾਨੂੰ ਏਜੰਡੇ ਤੇ ਆਪ ਹੀ ਕਲੀਅਰ ਹੋ ਜਾਏਗਾ ਕਿ ਡੈਥ ਕੇਸ ਲਿਖਿਆ ਹੋਇਆ, ਅੱਗੇ ਨਾਮ ਕੋਈ ਹੋਰ ਹੈ, ਰਿਮਾਰਕ ਦੇ ਵਿੱਚ ਨਾਮ ਕੋਈ ਹੋਰ ਹੈ। ਕਦੀ ਵੀ ਨਾਮ ਚੇਂਜ ਹੁੰਦੇ ਦੇਖੇ ਆ? फिर ये सब कौन कर रहा है फिर? ਇਹ ਕੌਣ ਕਰ ਰਿਹਾ? ਮੈਂ ਤਾਂ ਕਮਿਸ਼ਨਰ ਮੈਡਮ ਨੂੰ ਕੱਲ੍ਹ ਇਹੀ ਕਹਿ ਰਹੀ ਸੀਗੀ ਕਿ ਮੈਡਮ ਤੁਸੀਂ ਕਮੇਟੀ ਬਣਾਈ ਸੀ 2 ਮਹੀਨੇ ਕਮੇਟੀ ਬਣੀ ਨੂੰ ਹੋ ਗਏ, ਇਹ ਕਿਹੜੇ ਬੰਦਿਆਂ ਨੇ ਕੀਤਾ ਆ, ਉਹਨਾਂ ਦੇ ਨਾਮ ਤਾਂ ਉਜਾਗਰ ਕਰ ਦਿਓ। ਕਮੇਟੀ ਨੇ ਕੁਛ ਤਾਂ ਘੋਖ ਕੀਤੀ ਹੋਣੀ, ਔਰ ਪਤਾ ਨਹੀਂ ਐਮਐਲਏ ਸਾਹਿਬ ਨੂੰ 1 ਮਿੰਟ ਕੀ ਹੋਇਆ, ਉਹ ਤਾਂ ਐਂ ਭੜਕੇ ਜਿੱਦਾਂ ਪਤਾ ਨਹੀਂ ਮੈਂ ਬੰਦੇ ਹੀ ਨਹੀਂ ਪੱਕੇ ਹੁੰਦੇ ਨੇ। ਮੈਂ ਕਿਉਂ ਚਾਹੂੰਗੀ ਕਿ ਬੰਦੇ ਨਾ ਪੱਕੇ ਹੋਣ? ਕਿ ਉਹ ਸਾਡੇ ਭਰਾ ਜਾਂ ਭੈਣ ਜਾਂ ਸਾਡੇ ਸਮਾਜ ਦੇ ਵਿੱਚ ਨਹੀਂ ਰਹਿੰਦੇ? ਕਿ ਉਹ ਸਾਡੀ ਸੁਸਾਇਟੀ ਲਈ ਕੰਮ ਨਹੀਂ ਕਰਦੇ? ਪਰ ਨਾਲ ਇਹ ਵੀ ਚਾਹੂੰਗੀ ਕਿ ਉਹਨਾਂ ਦੀ ਐਵਰੇਜ ਦੇ ਵਿੱਚ ਜਿਹੜੇ ਗਲਤ ਬੰਦੇ ਇਹ ਲੋਕ ਲੈ ਕੇ ਆਉਣਾ ਚਾਹੁੰਦੇ ਆ, ਜਿਹੜੇ ਹੱਲੇ ਤੱਕ ਜਿਨ੍ਹਾਂ ਨੇ ਇੱਕ ਝਾੜੂ ਦਾ ਤੀਲਾ ਨਹੀਂ ਚੁੱਕ ਕੇ ਮਾਰਿਆ ਜਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਉਹ ਪੱਕੇ ਹੋ ਜਾਣ। नहीं आज जो फिर आपके घर के बाहर ये सब हुआ, ये सब ਦੇਖੋ ਜਿਹੜਾ ਅੱਜ ਮੇਰੇ ਘਰ ਦੇ ਬਾਹਰ ਹੋਇਆ, ਮੈਨੂੰ ਨਹੀਂ ਲੱਗਦਾ ਉਹ ਸਫਾਈ ਸੇਵਕ ਸੀਗੇ, ਕਿਉਂਕਿ ਜਿੰਨੇ ਵੀ ਐਸੋਸੀਏਸ਼ਨ ਵਾਲੇ ਹੈਗੇ ਆ ਸ਼ਾਇਦ ਉਹਨਾਂ ਨੂੰ ਇਹ ਗੱਲ ਕਾਫੀ ਕਲੀਅਰ ਹੈਗੀ ਹੈ ਕਿ ਮੇਰਾ ਮੁੱਦਾ ਕੀ ਹੈ। ਲੇਕਿਨ ਫਿਰ ਵੀ ਜਿਹੜੇ ਵੀ ਆਏ ਸੀਗੇ, ਕਿਸੇ ਵੀ ਯੂਨੀਅਨ ਵੱਲੋਂ ਆਏ ਸੀਗੇ, ਜਦੋਂ ਉਹਨਾਂ ਨੂੰ ਮੈਂ ਆਪਣਾ ਪੁਆਇੰਟ ਦੱਸਿਆ ਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਹਾਂ ਉਹੀ ਬੰਦੇ ਪੱਕੇ ਹੋਣੇ ਚਾਹੀਦੇ ਆ ਜਿਹੜੇ ਸਾਡੇ ਸਫਾਈ ਸੇਵਕ ਹੈ। ਮੈਂ ਕਿਹਾ ਮੇਰੀ ਗੱਲ ਵੀ ਉਹੀ ਹੈ ਕਿ ਉਹੀ ਬੰਦੇ ਪੱਕੇ ਹੋਣ, ਕੋਈ ਮਤਾ ਨਹੀਂ ਰੋਕਿਆ ਗਿਆ ਕਿ ਬੰਦੇ ਪੱਕੇ ਨਾ ਹੋਣ, ਕੋਈ ਮਤਾ ਨਹੀਂ ਸਾਡੇ ਹਾਊਸ ਨੇ ਰਿਜੈਕਟ ਕੀਤਾ ਕਿ ਅਸੀਂ ਕਿਸੇ ਦੇ ਵੀ ਖਿਲਾਫ ਹੈ। ਸਾਡੇ ਮੇਅਰ ਸਾਹਿਬ, ਸਾਡੇ ਸਾਰੇ ਕੌਂਸਲਰ ਚਾਹੇ ਕਿਸੇ ਵੀ ਪਾਰਟੀ ਦੇ ਹੈਗੇ ਆ, ਅੱਜ ਵੀ ਆਪਣੇ ਬੰਦਿਆਂ ਨੂੰ ਪੱਕੇ ਕਰਨ ਦੇ ਉੱਤੇ ਹੈਗੇ ਆ। ਜਿਹੜੀ ਨਾ ਉੱਪਰੋਂ ਲਿਸਟ ਆਈ ਆ ਉਹ ਇਹ ਆਈ ਆ ਵੀ 3500 ਬੰਦੇ ਜਾਂ 4000 ਬੰਦੇ ਪੱਕੇ ਕਰਨੇ ਆ। ਉਹਨਾਂ ਨੇ ਉੱਪਰੋਂ ਨਾਮ ਨਹੀਂ ਭੇਜੇ, ਨਾਮ ਅਸੀਂ ਭੇਜਨੇ ਆ, ਸਾਡੇ ਹਾਊਸ ਨੇ ਪਾਸ ਕਰਕੇ ਭੇਜਨੇ ਆ। ਮੇਰੇ ਵਾਰਡ 'ਚ 17 ਬੰਦੇ ਕੰਮ ਕਰਦੇ ਆ, ਮੈਨੂੰ ਪਤਾ ਵੀ ਆਹ ਬੰਦੇ ਕੰਮ ਕਰਦੇ, ਪਰ ਮੈਨੂੰ ਡੁਗਰੀ ਦਾ ਤਾਂ ਨਹੀਂ ਪਤਾ, ਮੈਨੂੰ ਢੰਡਾਰੀ ਦਾ ਨਹੀਂ ਪਤਾ। ਜਿਹੜੇ ਉਧਰਲੇ ਕੌਂਸਲਰ ਲਿਖ ਕੇ ਦੇ ਰਿਹਾ ਜਾਂ ਜਿਹੜੀ ਕਮੇਟੀ ਨੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਹੈ ਉਹ ਕਹਿ ਰਹੀ ਹੈ ਕਿ ਇਹ ਬੰਦੇ ਨਹੀਂ ਸਹੀ ਹੈਗੇ, ਨਾਮ ਕਿਸੇ ਦੇ ਆ ਕੋਈ ਰਿਹਾ ਹੈਗਾ ਆ, ਤਾਂ ਤੁਸੀਂ ਉਹਨੂੰ ਡਿਨਾਈ ਕਰ ਦੋਗੇ। जी मतलब कि आज जो घटनाक्रम होया तो लगता नहीं किस दा हाथ के पीछे? ਹਾਂਜੀ, किस दा हाथ के पीछे? ਇਹ ਜਿਹਦਾ ਹੱਥ ਹੈ ਉਹਨੂੰ ਪਤਾ ਹੋਊਗਾ, ਉਹਦੀ ਆਤਮਾ ਤੇ ਬੋਝ ਰਵੇ, ਮੇਰੀ ਆਤਮਾ ਤੇ ਕੋਈ ਬੋਝ ਨਹੀਂ ਹੈ, ਕਿਉਂਕਿ ਅੱਜ ਦੁਸ਼ਹਿਰੇ ਦਾ ਦਿਨ ਹੈ, ਬੁਰਾਈ ਤੇ ਅੱਛਾਈ ਦੀ ਜੀਤ ਹੈ, ਤੇ ਮੈਂ ਹਮੇਸ਼ਾ ਹੀ ਅੱਛਾਈ ਲਈ, ਸੱਚੇ ਕੰਮ ਲਈ ਲੜੂੰਗੀ, ਉਹਦੇ ਲਈ ਚਾਹੇ ਸਾਨੂੰ ਉਹਦੀ ਕੋਈ ਵੀ ਕੀਮਤ ਚੁਕਾਣੀ ਪਵੇ। ਸਰ ਕੀ ਇੱਥੇ ਘਟਨਾ ਵਾਪਰੀ ਸੀ, ਜਿਹੜੇ ਸਫਾਈ ਸੇਵਕ ਇਕੱਠੇ ਹੋ ਕੇ ਆ ਗਏ ਸੀ ਤੇ ਤੁਸੀਂ ਵੀ ਆਸ਼ੂ ਜੀ ਦੇ ਘਰ ਪਹੁੰਚੇ ਹੋ? ਨਹੀਂ, ਘਟਨਾ ਤਾਂ ਇਹ ਖੈਰ ਮੀਡੀਆ 'ਤੇ ਚੱਲ ਰਹੀ ਆ ਸਾਰੀ ਗੱਲ। ਕੱਲ੍ਹ ਤੁਹਾਨੂੰ ਪਤਾ ਜਿਵੇਂ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਸੀ ਵੀ ਜਿਹੜਾ ਪਿੱਛੇ ਜਿਹੜੀ ਚਰਨਜੀਤ ਚੰਨੀ ਦੀ ਕਾਂਗਰਸ ਦੀ ਸਰਕਾਰ ਸੀ, ਉਸ ਵੇਲੇ ਭਾਰਤ ਭੂਸ਼ਣ ਆਸ਼ੂ ਜੀ, ਸਾਡੇ ਸਾਰੇ ਹੀ ਕਾਉਂਸਲਰ ਸਾਹਿਬਾਨ, ਸਾਡੇ ਮੇਅਰ ਸਾਹਿਬ, ਉਸ ਵੇਲੇ ਦੇ ਮੁੱਖ ਮੰਤਰੀ, ਇਹ ਜਿਹੜੇ ਕੁਛ 3500 ਮੁਲਾਜ਼ਮ ਸੀ ਜਿਹੜੇ ਪੱਕੇ ਕਰਨ ਦਾ ਮਤਾ ਉਸ ਵੇਲੇ ਪਾਸ ਹੋ ਗਿਆ ਸੀ। ਤੇ ਉਹ ਸਿਰਫ ਇੱਕ ਜਦੋਂ ਉਰਿਓਂ ਮਤਾ ਪਾ ਕੇ ਚੰਡੀਗੜ੍ਹ ਗਿਆ, ਚੰਡੀਗੜ੍ਹ ਤੋਂ ਕੈਬਨਿਟ 'ਚ ਉਹਨੂੰ ਪਰਮਿਸ਼ਨ ਮਿਲੀ, ਤੇ ਜਦੋਂ ਤੱਕ ਉਹ ਮੁੜ ਕੇ ਉਰੇ ਆਇਆ ਤੇ ਜਦ ਤਾਈਂ ਕੋਡ ਲੱਗ ਗਿਆ ਸੀ। ਤੇ ਦੂਜੀ ਗੱਲ, ਇਸ ਵੇਲੇ ਵੀ ਜਿਹੜੀ ਕਾਰਪੋਰੇਸ਼ਨ ਆ ਉਹਦੀ ਮੈਜੋਰਿਟੀ ਕਾਂਗਰਸ ਦੀ ਹੈ, ਮੇਅਰ ਕਾਂਗਰਸ ਦਾ, ਤੇ ਇਹਦੇ ਵਿੱਚ ਕਿਸੇ ਦਾ ਤਾਂ ਕੋਈ ਨਾ ਆਮ ਆਦਮੀ ਦਾ ਕੋਈ ਲੈਣਾ ਦੇਣਾ ਨਾ ਹੋਰ ਕਿਸੇ ਦਾ। ਤੇ ਉਹ ਮਤਾ ਹੈ ਜਿਹੜਾ ਅਸੀਂ ਵਾਅਦਾ ਕੀਤਾ ਸੀ, ਮੈਂ ਵੀ ਉਦੋਂ ਉੱਥੇ ਮੌਜੂਦ ਸੀ ਮੇਅਰ ਸਾਹਿਬ ਦੇ ਏ ਜ਼ੋਨ 'ਚ ਦਫ਼ਤਰ 'ਚ, ਸਾਰੇ ਹੀ ਉੱਥੇ ਸਾਡਾ ਪੰਜਾਬ ਦਾ, ਲੁਧਿਆਣੇ ਦਾ, ਸਾਰੇ ਹੀ ਵਾਲਮੀਕੀ ਸਮਾਜ ਜਿਹੜਾ ਸਾਡਾ ਰੀੜ੍ਹ ਦੀ ਹੱਡੀ ਆ, ਉਹ ਸਾਰੀ ਪਾਰਟੀਆਂ ਦੇ ਲੀਡਰ ਉੱਥੇ ਇਕੱਠੇ ਹੋਏ ਸੀ। ਉੱਥੇ ਇਹ ਫੈਸਲਾ ਹੋਇਆ ਸੀ ਵੀ ਹਰ ਹਾਲ, ਮੈਂ ਉੱਥੇ ਮੌਜੂਦ ਸੀ, ਵੀ 4 ਤਰੀਕ ਨੂੰ ਇਹ ਮਤਾ ਲਿਆ ਕੇ ਅਸੀਂ ਇਹਨੂੰ ਸਿਰੇ ਚੜਾਵਾਂਗੇ। ਜੇ ਨਹੀਂ ਹੋਏਗਾ ਤਾਂ ਤੁਸੀਂ ਤੇ ਮੈਂ ਇੱਥੇ ਆ ਕੇ ਆਪਾਂ 4 ਤਰੀਕ ਨੂੰ ਇੱਥੇ ਮੈਂ ਤੁਹਾਡੇ ਨਾਲ ਬੈਠ ਕੇ ਧਰਨਾ ਲਾਉਂਗਾ। ਤੇ ਉਹ ਮਤਾ ਆ ਰਿਹਾ ਸੀ, ਤੇ ਜਦੋਂ ਮਤਾ ਆਇਆ ਤੇ ਤੁਸੀਂ ਪਤਾ ਲਾਈਵ ਉੱਥੇ ਮੀਡੀਆ ਵੀ ਸੀ, ਤੇ ਕੁਛ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ, ਉਹਨਾਂ ਨੇ ਇਸ ਗੱਲ 'ਚ ਇੱਕ ਕੱਲੀ ਲੇਡੀ, ਇੱਕ ਭਾਰਤ ਭੂਸ਼ਣ ਆਸ਼ੂ ਜੀ, ਜਿਹੜੇ ਹਮੇਸ਼ਾ ਸ਼ਹਿਰ ਦੀ ਡਿਵੈਲਪਮੈਂਟ ਲਈ ਉਹਨਾਂ ਦਾ ਨਾਂ ਮੰਨਿਆ ਗਿਆ, ਤੇ ਉਹਨਾਂ ਨੂੰ ਸ਼ੇਰ ਨੂੰ ਪਹਿਲਾਂ ਝੂਠੇ ਵਿਜੀਲੈਂਸ ਦੇ ਕੇਸ ਪਰਚੇ ਬਣਾ ਕੇ ਉਹਨਾਂ ਨੂੰ ਅੱਜ 2-3 ਮਹੀਨੇ ਹੋ ਗਏ ਜੇਲ੍ਹ 'ਚ ਬੰਦ ਕੀਤਾ ਹੋਇਆ। ਉਹ ਵੀ ਪਟਿਆਲੇ, ਲੁਧਿਆਣੇ ਨੇ ਪਟਿਆਲੇ ਰੱਖਿਆ ਹੋਇਆ ਵੀ ਕਿਤੇ ਇੱਥੋਂ ਕਿਤੇ ਉਹਨਾਂ ਦੀ ਸਮੈਲ ਹੀ ਨਾ ਆ ਜੇ। ਤੇ ਇਸ ਕਰਕੇ ਪਿੱਛੇ ਉਹਨਾਂ ਦੀ ਕੱਲੀ ਇਸਤਰੀ ਲੇਡੀ, ਉਹਨਾਂ ਦੀ ਵਾਈਫ, ਉਹਨੂੰ ਸਾਰੇ ਹਾਊਸ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੇਰਨ ਦੀ ਕੋਸ਼ਿਸ਼ ਕੀਤੀ। ਤੇ ਜਦੋਂ ਉਹ ਕਹਿ ਰਹੇ ਸੀ
ਵੀ ਇਹਦੇ ਵਿੱਚ ਅਸੀਂ ਕੋਈ ਵੀ ਜਿਹੜੀ ਲਿਸਟ ਦੇ ਵਿੱਚ ਤੁਸੀਂ ਜਿਨ੍ਹਾਂ ਨੇ ਪਿਛਲੇ ਸਾਲਾਂ ਤੋਂ ਕੰਮ ਨਹੀਂ ਕੀਤਾ ਉਹਨਾਂ ਦੇ ਤੁਸੀਂ ਨਾਂ ਕੱਟ ਕੇ ਤੁਸੀਂ ਆਪਣੀ ਮਰਜ਼ੀ ਨਾਲ ਨਵੇਂ ਬੰਦੇ ਜਿਨ੍ਹਾਂ ਨੇ 15 ਸਾਲ 10 ਸਾਲ ਜਿਨ੍ਹਾਂ ਨੇ ਮਿਹਨਤ ਕੀਤੀ ਸਫਾਈਆਂ ਕੀਤੀਆਂ ਕਰਮਚਾਰੀ ਨੇ ਬੇਲਦਾਰ ਨੇ ਉਹਨਾਂ ਨੂੰ ਤੁਸੀਂ ਪਰੇ ਕਰਕੇ ਆਪਣੀ ਮਰਜ਼ੀ ਨਾਲ ਕੁਝ ਲਿਸਟਾਂ 'ਚ ਨਾਂ ਪਾ ਰਹੇ ਹੋ। ਉਹ ਕਹਿੰਦੇ ਜੀ ਨਹੀਂ ਇਹ ਅਫਸਰ ਸਮਾਨ ਇਸ ਦੀ ਗੱਲ ਦੀ ਜ਼ਿੰਮੇਵਾਰੀ ਅਫਸਰ ਕਿਹਦੇ ਅਫਸਰ ਤਾਂ ਸਰਕਾਰ ਦੇ ਹੁੰਦੇ ਆ। ਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਜਿਹੜੇ ਸਹੀ ਬੰਦੇ ਆ ਉਹਨਾਂ ਦਾ ਮਤਾ ਪਾਸ ਹੋਇਆ ਤੇ ਉਹ ਹੋਇਆ ਮਤਾ ਪਾਸ। ਤੇ ਬਾਅਦ 'ਚ ਉਹਨਾਂ ਨੇ ਕੋਈ ਗਲਤ ਗੱਲ ਐਸੀ ਫੈਲਾਈ ਵੀ ਇਹ ਸਫਾਈ ਕਰਮਚਾਰੀਆਂ ਦੇ ਜਾਂ ਉਹ ਮਤਾ ਪਾਸ ਨਹੀਂ ਹੋਣ ਦਿੱਤਾ ਬਈ ਮਤਾ ਸਾਡੀ ਸਰਕਾਰ ਨੇ ਪਾਸ ਕੀਤਾ। ਇਸ ਵੇਲੇ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਆ, 3 'ਚ ਨਾ 13 ਅੰਬਾਂ 'ਚ ਨਹੀਂ ਬੇਰਾਂ 'ਚ ਨਹੀਂ ਗਏ। ਤੇ ਇਸ ਕਰਕੇ ਉਹ ਮਾਈਕ ਐਮਐਲਏ ਨੇ ਮਾਈਕ ਐਮਐਲਏ ਦੇ ਅੱਗੇ ਤੋਂ ਮੈਂ ਤਾਂ ਕਹੂੰਗਾ ਮੇਅਰ ਸਾਹਿਬ ਨੂੰ ਕਦੇ ਵੀ ਮੈਂ ਨਹੀਂ ਦੇਖਿਆ ਕਦੇ ਵੀ ਚਾਹੇ ਵਿਧਾਨ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ ਮਾਈਕ ਗਿਣਤੀ ਦੇ ਉੱਥੇ ਹਰ ਬੰਦੇ ਦੇ ਹੱਥ 'ਚ ਮਾਈਕ ਫੜਿਆ ਹੋਇਆ ਹੈ। ਕੋਈ ਡੈਕਰਮ ਹੁੰਦਾ ਕਿ ਨਹੀਂ। ਤੇ ਜਦੋਂ ਇੱਕ ਕਾਉਂਸਲਰ ਇੱਕ 4 ਵਾਰ ਦੀ ਕਾਉਂਸਲਰ ਸੀਨੀਅਰ ਕਾਉਂਸਲਰ ਜਿਨ੍ਹਾਂ ਦਾ ਅੱਜ ਤੱਕ ਇਤਿਹਾਸ ਆ ਮਮਤਾ ਜੀ ਦਾ ਜਿਨ੍ਹਾਂ ਨੇ ਹਮੇਸ਼ਾ ਮਹਿਲਾਵਾਂ ਦੀ ਭੈਣਾਂ ਦੀ ਮਾਵਾਂ ਦੀ ਆਵਾਜ਼ ਚੱਕੀ ਹੈ ਸ਼ਹਿਰ ਦੀ ਆਵਾਜ਼ ਚੱਕੀ ਹੈ ਉਹਨਾਂ ਦੀ ਆਵਾਜ਼ ਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਕਰਕੇ ਉਹ ਸਾਰਾ ਕੰਮ ਮੂਹਰੇ ਨੰਗਾ ਹੋ ਗਿਆ। ਆਪਣੇ ਸਮਾਜ 'ਚ ਕਦੇ ਵੀ ਐ ਨਹੀਂ ਹੋਇਆ ਇੱਕ ਨਾਰੀ ਨੂੰ ਤਿਉਹਾਰ ਚੱਲ ਰਹੇ ਆ ਨਵਰਾਤਿਆਂ ਦੇ ਤਿਉਹਾਰ ਅੱਜ ਦੁਸਹਿਰਾ ਹੈ ਆਉਣ ਵਾਲੇ ਦਿਨਾਂ 'ਚ ਦੀਵਾਲੀ ਆਉਣੀ ਆ ਅਸੀਂ ਮਾਤਾ ਦਾ ਦਰਜਾ ਦਿੰਦੇ ਹਾਂ। ਅਸੀਂ ਆਪਣੇ ਕੰਜਕਾਂ ਤੁਹਾਨੂੰ ਪਤਾ ਹੈ ਆਪਣਾ ਤਿਉਹਾਰ ਆਉਂਦਾ ਕਿਸ ਤਰੀਕੇ ਨਾਲ ਆਪਾਂ ਕਿੱਧਰ ਨੂੰ ਚੱਲ ਪਏ। ਆਪਾਂ ਇਹ ਸਮਾਜ ਨੂੰ ਇਹ ਪੋਲੀਟੀਕਲ ਪਾਰਟੀਆਂ ਨੇ ਇਹ ਲੀਡਰਾਂ ਨੇ ਸਮਾਜ ਨੂੰ ਜੋੜਨਾ ਹੁੰਦਾ। ਅਸੀਂ ਕੀ ਦਿਖਾ ਰਹੇ ਹਾਂ ਵੀ ਸਾਡੀ ਆਪਣੀ ਮਾਂ ਭੈਣ ਲਈ ਵੀ ਕੋਈ ਇੱਜ਼ਤ ਨਹੀਂ ਗੀ। ਤੁਸੀਂ ਜਿਹੜੀ ਵੀ ਗੱਲ ਕਰਨੀ ਆ ਉਹ ਗੱਲ ਬਹਿਸ ਨਾਲ ਥੋੜ੍ਹੀ ਹੋਣੀ ਹੈ। ਉਹ ਤਾਂ ਤੁਸੀਂ ਆਪਣੀ ਪਰੇ ਮੀਟਿੰਗ ਕਰੋ ਸੱਦੋ ਆਪਣੀ ਗੱਲ ਕਰੋ ਮੇਅਰ ਸਾਹਿਬ ਨਾਲ ਗੱਲ ਕਰੋ ਤੁਹਾਡੀ ਸਰਕਾਰ ਆਪਣੇ ਕਮਿਸ਼ਨਰ ਨਾਲ ਗੱਲ ਕਰੋ ਕਾਰਪੋਰੇਸ਼ਨ ਦੇ ਆਪਣੇ ਜੁਆਇੰਟ ਕਮਿਸ਼ਨਰ ਨਾਲ ਗੱਲ ਕਰੋ ਜੇ ਤੁਹਾਨੂੰ ਕਿਸੇ ਗੱਲ ਦਾ ਪਰ ਬਾਕੀ ਤਾਂ ਮਾਲਕ ਤੁਸੀਂ ਹੋ ਇਸ ਵੇਲੇ ਪਰ ਤੁਸੀਂ ਰੋਜ਼ ਧੱਕਾ ਕਰ ਰਹੇ ਹੋ। ਅੱਜ ਬਹੁਤ ਇਸ ਸ਼ਹਿਰ 'ਚ ਇੱਕ ਬਹੁਤ ਮਾੜਾ ਮੈਸੇਜ ਗਿਆ ਹੈ ਵੀ ਸਾਡਾ ਆਪਸ ਵਿੱਚ ਜਿਹੜਾ ਇੰਨਾ ਤਾਣਾ ਬਾਣਾ ਵਿਗੜ ਗਿਆ। ਅਸੀਂ ਸਮਾਜ 'ਚ ਸਭ ਨੂੰ ਜੋੜਨਾ ਹੈ। ਹਾਂ ਪੋਲੀਟੀਕਲ ਅਟੈਕ ਆ ਗੋਗੀ ਜੀ ਨੇ ਸਤਿਕਾਰਯੋਗ ਬੰਦ ਲਾਲ ਬੱਗਾ ਜੀ ਨੇ ਪੱਪੀ ਪ੍ਰਾਸ਼ਰ ਨੇ ਕੁਲਵੰਤ ਸਿੱਧੂ ਨੇ ਸਾਰੇ ਬਾਕੀ ਜਿਹੜੇ ਐਮਐਲਏ ਨੇ ਉਹ ਯਾਰ ਕੋਈ ਇੱਕ ਦੂਜੇ ਨੂੰ ਭੁੱਲੇ ਹੋਏ ਇੱਕ ਦੂਜੇ ਦੇ ਨਾਲ ਸਾਰਿਆਂ ਦਾ ਰਿਸ਼ਤਾ ਹੈ ਇੱਕ ਦੂਜੇ ਨੂੰ ਸਾਰੇ ਜਾਣ ਪਛਾਣ ਨੇ ਹਰੇਕ ਨੂੰ। ਆਪਾਂ ਕਿੱਧਰ ਨੂੰ ਚੱਲ ਪਏ ਮੂੰਹ ਮਲਾਜੀ ਵਾਲੀ ਵੀ ਗੱਲ ਆਪਾਂ ਖਤਮ ਕਰਨ ਨੂੰ ਆ ਗਏ ਇੱਕ ਸਿਰਫ ਤਾਕਤ ਦੇ ਨਸ਼ੇ 'ਚ। ਤੇ ਮੈਂ ਸਮਝਦਾ ਬੜੇ ਸੀਨੀਅਰ ਲੀਡਰ ਨੇ ਇਹਨਾਂ ਨੂੰ ਬੜਾ ਇਸ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਤੇ ਜਦੋਂ ਇਹੋ ਜਿਹੀਆਂ ਗੱਲਾਂ ਕਰਨਗੇ ਤੇ ਤੁਸੀਂ ਕਹਿੰਦੇ ਹੋ ਅਸੀਂ ਆਮ ਆਦਮੀ ਵਾਲੇ ਆ ਇਹ ਲੱਗਦੀ ਆ ਕੋਈ ਆਮ ਆਦਮੀ ਵਾਲੀ ਗੱਲ। ਇਸ ਕਰਕੇ ਗੈਲਰੀਜ਼ ਨੂੰ ਪਲੇ ਕਰਨਾ ਠੀਕ ਆ। ਮੀਡੀਆ ਨੂੰ ਦੇਖ ਕੇ ਕਈ ਵਾਰ ਬੰਦਾ ਉਤਸ਼ਾਹਤ ਹੋ ਜਾਂਦਾ ਮੀਡੀਆ ਨੂੰ ਦੇਖ ਕੇ ਕਈ ਵਾਰ ਬੰਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਕਿਉਂਕਿ ਅੱਜ ਜ਼ਮਾਨਾ ਵਟਸਐਪ ਦਾ ਫੇਸਬੁੱਕ ਦਾ ਇੰਸਟਾਗ੍ਰਾਮ ਦਾ ਹੈ ਉਹ 'ਤੇ ਕਲਿੱਪਿੰਗ ਪਾਉਣ ਦਾ ਜ਼ਮਾਨਾ ਹੈ ਉਹਦੇ ਪਿੱਛੇ ਕਈ ਵਾਰ ਬੰਦਾ ਖੇਡ ਜਾਂਦਾ ਹੈ ਆਪਣੇ ਆਪ 'ਤੇ ਕਾਬੂ ਨਹੀਂ ਰੱਖਦਾ ਪਰ ਰੱਖਣਾ ਚਾਹੀਦਾ। ਪੋਲੀਟੀਕਲ ਅਟੈਕ ਆ ਜਿੰਨਾ ਮੇਰੇ 'ਤੇ ਕਰਨ ਮੈਂ ਮੈਂਬਰ ਪਾਰਲੀਮੈਂਟ ਆ ਮੇਰੇ 'ਤੇ ਅਟੈਕ ਕਰਨ ਜਿੰਨਾ ਕਰ ਸਕਦੇ ਆ ਮੇਅਰ ਸਾਹਿਬ 'ਤੇ ਅਟੈਕ ਕਰਨ ਸਾਡੇ ਕਾਉਂਸਲਰਾਂ 'ਤੇ ਕਰਨ ਆਸ਼ੂ ਜੀ 'ਤੇ ਕਰਨ ਸਾਡੇ ਹੋਰ ਜਿਹੜੇ ਐਮਐਲਏ ਇਲੈਕਸ਼ਨਾਂ ਲੜਦੇ ਰਹੇ ਉਹਨਾਂ 'ਤੇ ਕਰਨ ਤੇ ਉਹ ਤੋਂ ਕੋਈ ਵੀ ਇਤਰਾਜ਼ ਨਹੀਂ ਪਰ ਇੱਕ ਲੇਡੀਜ਼ 'ਤੇ ਅੱਜ ਤੁਸੀਂ ਕੁਝ ਬੰਦੇ ਇਸ ਸ਼ਹਿਰ 'ਚ ਕਦੇ ਐ ਹੋਇਆ ਸੀ ਆਹ ਘਰ ਆ ਕੱਲੀ ਇੱਕ ਮਮਤਾ ਆਸ਼ੂ ਜੀ ਇਸ ਘਰ 'ਚ ਸੀ ਜਦੋਂ ਸਾਨੂੰ ਟੈਲੀਫੋਨ ਗਏ ਨੇ ਵੀ ਕੁਛ ਐਸੇ ਬੰਦੇ ਭੇਜ ਰਹੇ ਆਮ ਆਦਮੀ ਪਾਰਟੀ ਵਾਲੇ ਵੀ ਉਹਨਾਂ 'ਤੇ ਘਰ 'ਤੇ ਹਮਲਾ ਕੀਤਾ ਜਾ ਰਿਹਾ ਹੈ। ਅਸੀਂ ਇਹਨਾਂ ਦੇ ਵੱਡੇ ਭਰਾ ਆਸ਼ੂ ਜੀ ਦੇ ਇਹਨਾਂ ਨੇ ਫੋਨ ਕੀਤਾ ਘਬਰਾਏ ਮੇਅਰ ਸਾਹਿਬ ਉੱਧਰੋਂ ਇੱਕਦਮ ਭੱਜੇ ਮੈਂ ਆਪਣੀ ਕੋਠੀ ਤੋਂ ਇੱਕਦਮ ਚੱਲਿਆ ਵੀ ਇਹ ਕੀ ਹੋ ਗਿਆ ਐਸਾ ਕਿਹੜਾ ਮਾਹੌਲ ਬਣ ਗਿਆ ਕਿਉਂਕਿ ਲੋਕਾਂ ਨੂੰ ਇਹ ਉਤਸ਼ਾਹਤ ਕਰਤਾ ਝੂਠ ਬੋਲਦਾ ਵੀ ਮਮਤਾ ਆਸ਼ੂ ਜੀ ਨੇ ਤੁਹਾਡੀਆਂ ਨੌਕਰੀਆਂ ਜਿਹੜੀਆਂ ਉਹਨੂੰ ਰੋਕਿਆ ਹੈ ਉਹ ਇੱਕਦਮ ਪੂਰੀ ਉਹਨਾਂ ਨੂੰ ਤਿਆਰ ਕਰਕੇ ਮੌਬ ਬਣਾ ਕੇ ਇੱਧਰ ਨੂੰ ਭੇਜਤਾ। ਜਦੋਂ ਉਹ ਇੱਥੇ ਆਏ ਜਦੋਂ ਉਹਨਾਂ ਨੂੰ ਵੀਡੀਓ ਦੇਖੀਆਂ ਉਹਨੇ ਵੀ ਮਮਤਾ ਆਸ਼ੂ ਜੀ ਨੇ ਤੇ ਅਸੀਂ ਤਾਂ ਭਾਈ ਇਹ ਅੱਜ ਤੱਕ ਲਿਸਟਾਂ ਬਣਾ ਸਾਲ ਦੀ 2 ਸਾਲ ਦੀ ਮਿਹਨਤ ਆ ਇਹਨਾਂ ਦੇ ਹੱਕ 'ਚ ਇਹ ਮਤਾ ਲਿਆਂਦਾ ਇਹ ਪਾਸ ਕੀਤਾ ਇਹ ਸਾਡੀ ਕਮੇਟੀ ਸੀ ਕਮੇਟੀ 'ਚ ਕੌਣ ਸੀ ਸਾਡੇ ਕਾਉਂਸਲਰ ਸੀ
ਆ ਭੱਲਾ ਜੀ ਬੈਠੇ ਆ ਗਏ, ਸਨੀ ਭੱਲਾ ਜੀ ਇਹ ਮੈਂਬਰ ਸੀ ਉਸ ਕਮੇਟੀ ਦੇ। ਦੂਜੇ ਸਾਡੇ ਸਭ ਤੋਂ ਸੀਨੀਅਰ ਮੈਂਬਰ ਜੈ ਪ੍ਰਕਾਸ਼ ਜੀ ਉਹਦੇ ਮੈਂਬਰ ਸੀਗੇ, ਉਹਨਾਂ ਨੇ ਤਾਂ ਇਹ ਪਾਸ ਕੀਤਾ ਹੈ। ਤੇ ਉਹ ਸਭ ਤੋਂ ਨੇੜੇ ਆਸ਼ੂ ਜੀ ਤੇ ਮਮਤਾ ਜੀ ਦੇ ਨੇੜੇ ਦੇ ਬੰਦੇ, ਤੇ ਉਹ ਮਤਾ ਅਸੀਂ ਲੈ ਕੇ ਆਏ ਹਾਂ। ਤੇ ਇਹਨਾਂ ਨੂੰ ਇਹ ਸਮਝਾ ਕੇ, ਇਹ ਤਾਂ ਪਤਾ ਨਹੀਂ ਕੀ ਇੱਥੇ ਕੋਠੀ ਨੂੰ ਅੱਗ ਜਣੀ ਕਰਵਾ ਦਿੰਦੇ, ਕੋਠੀ 'ਚ ਅੱਗ ਲਵਾ ਦਿੰਦੇ ਜਾਂ ਇਹਨੂੰ ਹਮਲਾ ਕਰਵਾ ਦਿੰਦੇ। ਇੱਕ ਇਕੱਲੀ ਮਹਿਲਾ ਲੇਡੀ ਘਰ ਦੇ ਵਿੱਚ ਸੀ, ਤੇ ਇਹ ਬਹੁਤ ਵੱਡਾ ਅੱਜ ਮੈਂ ਸਮਝਦਾ ਇਹ ਭਾਣਾ ਬਚਿਆ। ਤੇ ਜਦੋਂ ਉਰੇ ਪਹੁੰਚੇ ਇੱਕਦਮ ਮੇਅਰ ਸਾਹਿਬ ਤੇ ਕਾਲਾ ਜੀ ਮਮਤਾ ਜੀ ਨੇ ਉਹਨਾਂ ਨੂੰ ਦੱਸਿਆ, ਸਮਝਾਇਆ ਵੀ ਆਹ ਦੇਖੋ ਵੀਡੀਓ, ਅਸੀਂ ਤਾਂ ਤੁਹਾਡੇ ਹੱਕ 'ਚ ਆ, ਤੇ ਜਿਹੜੇ ਮਰੇ ਹੋਏ ਬੰਦੇ ਪਾਉਣਾ ਚਾਹੁੰਦੇ ਆ ਜਾਂ ਤੁਹਾਡੇ ਥਰੂ ਜਿਹੜੇ 2-2 ਸਾਲ ਜਿਨ੍ਹਾਂ ਨੇ ਕੰਮ ਨਹੀਂ ਕੀਤਾ, 6-6 ਮਹੀਨੇ ਜਿੱਦਣ ਦੀ ਸਰਕਾਰ ਆਈ ਆ ਉਦੋਂ ਆਪਣੇ ਆਪ ਉਹਨਾਂ ਦੇ ਨਾਂ ਪਾਉਣਾ ਚਾਹੁੰਦੇ ਆ। ਕਿਵੇਂ ਅਸੀਂ 15 ਸਾਲ 10 ਸਾਲ 20 ਸਾਲ ਦੇ ਜਿਹੜੇ ਮਿਹਨਤ ਕਰ ਰਹੇ ਆ ਉਰੇ ਸ਼ਹਿਰ ਦੀ ਸਫਾਈ ਕਰ, ਉਹਨਾਂ ਦੇ ਤੋਂ ਕਿਵੇਂ ਨਾਂ ਪੈਣ ਦੇ ਦਈਏ ਕਿਸੇ ਦੇ ਬਈ। ਪਰ ਮੋਟੀ ਗੱਲ ਇਹ ਆ, ਮੈਂ ਸਭ ਨੂੰ ਦੱਸਣਾ ਚਾਹੁੰਦਾ, ਉਹ ਮਤਾ ਪਾਸ ਹੋਇਆ ਤੇ 3500 ਦੇ 3500 ਮੁਲਾਜ਼ਮ ਨੇ ਜਿਹੜੇ ਆ ਪੱਕੇ ਜਿਹੜੇ ਆ ਇਸ ਹਾਊਸ ਨੇ, ਜਿਹਦੇ ਵਿੱਚ ਕਾਂਗਰਸ ਪਾਰਟੀ ਦੇ ਕਾਉਂਸਲਰ ਤੇ ਉਹਨਾਂ ਨੇ ਸਾਰਿਆਂ ਨੇ ਇਹ ਫੈਸਲਾ ਲਿਆ ਹੈ। ਇਹਦੇ ਵਿੱਚ ਕਿਸੇ ਨੂੰ ਕ੍ਰੈਡਿਟ ਲੈਣ ਦੀ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵੀ ਅੱਜ ਕਾਰਪੋਰੇਸ਼ਨ 'ਚ ਕਿਹਦੀ ਕਾਰਪੋਰੇਸ਼ਨ ਤੇ ਕਬਜ਼ਾ ਹੈ, ਕੌਣ ਆ ਇਸ ਵੇਲੇ। ਇਸ ਕਰਕੇ ਬਹੁਤ ਅੱਜ ਇੱਕ ਸ਼ਹਿਰ ਦੇ ਵਿੱਚ ਨਿੰਦਣੀ ਘਟਨਾ, ਉਹ ਵੀ ਦੁਸਹਿਰੇ ਵਾਲੇ ਦਿਨ, ਜਦੋਂ ਅਸੀਂ ਬਦੀ ਦਾ ਖਾਤਮਾ ਅੱਜ ਕਰਦੇ ਹਾਂ ਤੇ ਅਸੀਂ ਕਰ ਕੀ ਰਹੇ ਹਾਂ। ਇਸ ਕਰਕੇ ਬਹੁਤ ਮੰਦਭਾਗੀ ਗੱਲ ਹੋਈ ਹੈ ਜਿਹੜੀ ਹੋਈ ਆ। ਮੈਂ ਆਸ ਰੱਖਦਾ ਭਗਵੰਤ ਮਾਨ ਜੀ ਤੋਂ ਕੇਜਰੀਵਾਲ ਸਾਹਿਬ ਤੱਕ, ਜ਼ਰੂਰ ਉਹਨਾਂ ਨੂੰ ਗੱਲ ਵੀ ਕਰਾਂਗੇ, ਉਹਨਾਂ ਤੱਕ ਚਿੱਠੀ ਵੀ ਲਿਖਾਂਗੇ ਵੀ ਪਲੀਜ਼ ਹੱਥ ਜੋੜ ਕੇ ਆਪਣੇ ਐਮਐਲਏ ਨੂੰ, ਜਿਸ ਤਰੀਕੇ ਨਾਲ ਐਮਐਲਏ ਆਪ ਮਾਰੇ ਹੋਏ ਫਿਰਦੇ ਆ, ਕਿਸ ਤਰੀਕੇ ਨਾਲ ਗਾਲੀ ਗਲੋਚ, ਕਿਸ ਤਰੀਕੇ ਨਾਲ ਲੁੱਟ ਮਾਰ ਹੋ ਰਹੀ ਆ, ਥੋੜਾ ਠੀਕ ਆ, ਮੈਂ ਮੰਨਦਾ ਵੀ 92 ਜ਼ਿਆਦਾ ਬਣ ਗਏ, ਕਾਬੂ ਕਰਨੇ ਔਖੇ ਨੇ, ਪਰ ਥੋੜਾ ਬਹੁਤਾ ਐਮਐਲਏ ਨੂੰ ਤੁਸੀਂ ਕਈ ਵਾਰ ਇਹਨਾਂ ਦੀਆਂ ਟਿਊਸ਼ਨਾਂ ਲਾਈਆਂ, ਕਈ ਵਾਰ ਦਿੱਲੀ ਤੋਂ ਟ੍ਰੇਨਿੰਗ ਕਰਾਉਣ ਆਏ ਨੇ, ਪਰ ਮੈਨੂੰ ਹਜੇ ਹੋਰ ਲੱਗਦਾ ਹੈ ਵੀ ਇਹਨਾਂ ਦਾ 1-2 ਸੈਸ਼ਨ ਹੋਰ ਲਾਉਣੇ ਪੈਣਗੇ। ਇਹ ਆਪਣਾ ਅਸਲੀ ਸਥਿਤੀ ਤੇ ਆ ਜਾਣ, ਮਾਨਸਿਕ ਜਿਹੜਾ ਹੈ ਇਹਨਾਂ ਤੇ ਥੋੜਾ ਜਿਹਾ ਉਹ ਤਾਕਤ ਦੇ ਨਸ਼ੇ ਚੋਂ ਨਿਕਲਣ, ਵੀ ਇਹ ਸੇਵਾ ਕਰਨ ਲਈ ਆਏ ਨੇ, ਕਿਸੇ ਨੂੰ ਮਿੱਧਣ ਨਹੀਂ ਆਏ। ਇੱਕ ਟਿੱਪਰ ਐਸੋਸੀਏਸ਼ਨ ਨੇ ਧਰਨਾ ਲਾਇਆ ਸੀ, ਵਿਧਾਇਕ ਗੋਗੀ ਧਰਨਾ ਚੁਕਾ ਕੇ ਆਏ ਸੀ, ਪਰ ਉਹ ਕਹਿੰਦੇ ਖੱਡ ਫਿਰ ਬੰਦ ਆ, ਇੱਕ ਦਿਨ ਨਹੀਂ ਚਲਾਈ ਹੈ। ਚਲੋ ਅੱਜ ਤਾਂ ਮੈਂ ਇਸ ਤੇ ਹੀ ਕਰੂੰਗਾ ਤੁਹਾਡੇ ਨਾਲ, ਦੁਸਹਿਰੇ ਤੋਂ ਬਾਅਦ ਇਸ ਤੇ ਵਿਸਤਾਰ ਨਾਲ ਗੱਲ ਕਰਾਂਗੇ ਹਰ ਚੀਜ਼ਾਂ ਨਾਲ। ਪਰ ਜਿਹੜੀ ਅੱਜ ਦੀ ਗੱਲ ਆ, ਸ਼ਹਿਰ ਲਈ ਬਹੁਤ ਇੱਕ ਮਾੜਾ ਮੈਸੇਜ ਗਿਆ ਹੈ ਵੀ ਇਸ ਤਰੀਕੇ ਨਾਲ ਇਕੱਲੀ ਸਾਡੀ ਮਾਂ ਭੈਣ ਘਰ 'ਚ ਕਿਤੇ ਸੁਰੱਖਿਅਤ ਨਹੀਂ, ਸਰਕਾਰ ਵਾਲੇ ਕਿਸੇ ਵੀ ਉੱਥੇ ਆ ਕੇ ਹਮਲਾ ਕਰ ਸਕਦੇ ਆ। ਇਸ ਕਰਕੇ ਬਹੁਤ ਇੱਕ ਮੈਂ ਇਸ ਗੱਲ ਤੇ ਕਮਿਸ਼ਨਰ ਪੁਲਿਸ ਤੇ ਖਾਸ ਤੌਰ ਤੇ ਡੀਜੀ ਪੁਲਿਸ ਨੂੰ ਇਹ ਕਹਿਣਾ ਚਾਹੁੰਦਾ ਵੀ ਆਮ ਆਦਮੀ ਵਾਲਿਆਂ ਤੇ ਥੋੜਾ ਚੈੱਕ ਰੱਖੋ। ਗੈਂਗਸਟਰ ਤੇ ਤਾਂ ਤੁਸੀਂ ਰੱਖ ਹੀ ਰਹੇ ਹੋ, ਇਹ ਉਦੋਂ ਵੱਧ ਖਤਰੇ ਦੇ ਕਾਰਨ ਬਣੇ ਪਏ ਆ। ਇਹਨਾਂ ਤੋਂ ਸਾਨੂੰ ਬਚਾਓ, ਸਾਡੇ ਸ਼ਹਿਰ ਦੇ ਲੋਕਾਂ ਨੂੰ ਬਚਾਓ। ਇੱਕ ਤੁਹਾਨੂੰ ਪਿਛਲੇ ਦਿਨ ਹੀ ਧਮਕੀ ਮਿਲੀ ਸੀ, ਉਹਨੂੰ ਕਿੱਦਾਂ ਉਹ ਇਹ ਕੁੱਤੇ ਬਿੱਲੇ ਕਰਦੇ ਰਹਿੰਦੇ ਆ ਛੱਡੋ। ਬਿੱਟੂ ਜੀ, ਇੱਕ ਕੈਪਟਨ ਸੰਦੀਪ ਸੰਧੂ ਜੀ ਨੂੰ ਵੀ ਵਿਜੀਲੈਂਸ ਨੇ ਸਟਰੀਟ ਲਾਈਟਾਂ ਦੇ ਘੁਟਾਲੇ ਦੇ ਵਿੱਚ ਸ਼ਾਮਿਲ ਕਰ ਲਿਆ। ਹਾਸੇ ਦੀ ਗੱਲ, ਉਹ ਗੱਲ ਤਾਂ ਉਹੀ ਹੈ ਨਾ ਬਈ, ਜਿਹੜਾ ਸੰਦੀਪ ਸੰਧੂ ਪੋਲੀਟੀਕਲ ਸੈਕਟਰੀ ਚੀਫ ਮਿਨਿਸਟਰ ਦੇ ਰਹੇ ਹੁਣ 5 ਸਾਲ, ਤੇ ਜਿਨ੍ਹਾਂ ਕੋਲ ਸਾਰਾ ਪੰਜਾਬ ਹੋਵੇ, ਪੰਜਾਬ ਦੇ ਸਾਰੇ ਮਹਿਕਮਿਆਂ ਦੀ ਤਾਕਤ ਪੋਲੀਟੀਕਲ ਸੈਕਟਰੀ ਐਜ਼ ਸੀਐਮ ਦੇ ਰੱਖਦੇ ਹੋਣ, ਤੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਪਿੰਡਾਂ ਦੀਆਂ ਸਟਰੀਟ ਲਾਈਟਾਂ ਏ ਉਹਦੇ ਵਿੱਚੋਂ ਪੈਸਾ ਖਾਣਗੇ। ਬਹੁਤ ਹਾਸੋਹੀਣ ਗੱਲ ਆ, ਪਰ ਇਸ ਵੇਲੇ ਮਰਜ਼ੀ ਆ। ਇਸੇ ਤਰੀਕੇ ਨਾਲ ਆਸ਼ੂ ਜੀ ਨੂੰ 3 ਮਹੀਨੇ ਹੋ ਗਏ, ਉਹਨਾਂ ਨੂੰ ਧੱਕੇ ਨਾਲ ਇੱਕ ਚੀਜ਼ ਵੀ, ਅੱਜ ਕਿੱਥੇ ਗਈਆਂ ਟਾਈਲਾਂ ਦੀਆਂ ਫੈਕਟਰੀਆਂ, ਅੱਜ ਕਿੱਥੇ ਗਈ ਦੁਬਈ ਦੇ ਹੋਟਲ, ਅੱਜ ਕਿੱਥੇ ਗਿਆ 2000 ਕਰੋੜ ਰੁਪਈਆ, ਅੱਜ ਸਿਰਫ ਟਰੱਕ ਤੇ ਸਕੂਟਰ ਦੇ ਨੰਬਰਾਂ ਤੋਂ ਵੱਧ ਕੋਈ ਲੱਭਿਆ? ਤਾਂ ਜ਼ੋਰ ਲਾ ਲਿਆ 2 ਮਹੀਨੇ 3 ਮਹੀਨੇ ਹੋ ਗਏ। ਇਸ ਕਰਕੇ ਇਸੇ ਤਰੀਕੇ ਨਾਲ ਸੰਦੀਪ ਸੰਧੂ ਤੇ ਹੁਣ LED ਲਾਈਟਾਂ ਲੈ ਆਏ। ਇਹ ਸ਼ਰਮ ਵਾਲੀ ਗੱਲ ਆ ਵੀ ਕੇਸ ਵੀ ਪਾਉਣਾ, ਉਹ ਵੀ ਤੁਸੀਂ ਮਤਲਬ ਲੱਭ ਕੇ ਧੱਕੇ ਨਾਲ ਉਹ BDPO ਨੂੰ, ਉਹ ਕੰਗ ਸਾਹਿਬ ਨੇ ਉਹਨਾਂ ਨੂੰ ਇੰਟਰੋਗੇਟ ਕਰਕੇ, ਉਦੋਂ ਬਾਅਦ ਤੁਸੀਂ ਖਾਸ ਤੌਰ ਤੇ ਜਿਹੜੇ ਸਾਡਾ ਬਲਾਕ ਸਮਿਤੀ ਸਾਡਾ ਮੈਂਬਰ ਸੀ ਉਹਨੂੰ ਤੁਸੀਂ ਤਸ਼ੱਦਦ ਢਾਹ ਕੇ, ਜਿੱਦਣ ਕੋਰਟ 'ਚ ਆਏਗੀ ਗੱਲ ਉਦੋਂ ਪਤਾ ਲੱਗੇਗਾ ਨਾ। ਪਰ ਸੰਦੀਪ ਸੰਧੂ ਬਿਲਕੁਲ ਅਸੀਂ ਇਸ ਗੱਲ ਦਾ ਕੋਰਟ 'ਚ ਕੇਸ ਲੜਾਂਗੇ। ਆਸ਼ੂ ਜੀ ਨੇ ਤਾਂ ਇਹ ਵੱਡੀ ਬਹਾਦਰੀ ਕੀਤੀ ਆ ਵੀ ਭਾਈ ਮੈਂ ਕੇਸ ਤਾਂ ਚਲ ਬਾਅਦ ਦੀ ਗੱਲ ਆ, ਪਹਿਲਾਂ ਮੈਂ ਅਰੈਸਟ ਦਊਂਗਾ। ਪਰ ਅਸੀਂ ਉਦੋਂ ਬਾਅਦ ਕਿਹਾ ਸੀ ਵੀ ਅੱਜ ਤੋਂ ਬਾਅਦ ਇਹ ਅਸੀਂ ਦਿਖਾਉਣਾ ਸੀ ਵੀ ਅਸੀਂ ਕੋਈ ਭੱਜਦੇ ਨਹੀਂ, ਬਾਕੀ ਅਸੀਂ ਸਾਰੇ ਰੈਮਡੀ ਸਾਡੇ ਕੋਲ ਲੀਗਲ ਹੈਗੀ ਆ, ਉਹ ਅਸੀਂ ਯੂਜ਼ ਕਰਾਂਗੇ। ਪਰ ਸੰਦੀਪ ਸੰਧੂ ਵਰਗੇ ਲੋਕ ਖਾਸ ਤੌਰ ਤੇ, ਕਿਉਂਕਿ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ, ਲੁਧਿਆਣੇ ਤੇ ਸਭ ਤੋਂ ਵੱਡ ਕੇਂਦਰਿਤ ਜਿਹੜੀ ਵਿਜੀਲੈਂਸ ਨੂੰ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੋਇਆ,
ਪਰ ਮੈਂ ਸਮਝਦਾ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ। ਆਉਣ ਵਾਲੇ ਦਿਨ 'ਚ ਵੱਡੇ ਪ੍ਰੋਗਰਾਮ ਆ ਜਿਹੜੇ ਦੀਵਾਲੀ ਤੋਂ ਬਾਅਦ ਬਣਾਵਾਂਗੇ ਅਤੇ ਉਹਦੇ ਕਿਸ ਤਰੀਕੇ ਨਾਲ ਅਸੀਂ ਸਾਡੀਆਂ ਮਾਵਾਂ ਭੈਣਾਂ ਦੀ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਵਿਰੋਧ ਕਰਨਾ, ਕਿਉਂਕਿ ਬਹੁਤ ਗੁੱਸਾ ਹੈ ਅੱਜ ਲੋਕਾਂ 'ਚ ਜਦੋਂ ਦੇ ਮਮਤਾ ਜੀ 'ਤੇ ਹਮਲਾ ਇਹਨਾਂ ਨੇ ਕੀਤਾ ਹੈ ਇੱਕ ਨਾਰੀ 'ਤੇ ਇਸ ਕਰਕੇ ਇਸੇ ਤਰੀਕੇ ਨਾਲ ਜਿਹੜੇ ਸੰਦੀਪ ਸੰਧੂ ਜੀ ਨੇ ਉਹ ਸਾਡੇ ਜਨਰਲ ਸੈਕਟਰੀ ਇੰਚਾਰਜ ਨੇ ਪਾਰਟੀ ਦੇ, ਇਹ ਵਰਕਿੰਗ ਪ੍ਰੈਜ਼ੀਡੈਂਟ ਸੀ ਆਸ਼ੂ ਜੀ, ਉਹ ਸਾਰਿਆਂ ਨੂੰ ਸਿਰਫ ਹਿਮਾਚਲ ਤੇ ਗੁਜਰਾਤ ਇਲੈਕਸ਼ਨਾਂ 'ਚ ਦਿਖਾਉਣਾ ਚਾਹੁੰਦੇ ਆ, ਬੋਲਣਾ ਚਾਹੁੰਦੇ ਆ ਉੱਥੇ ਜਾ ਕੇ, ਕਿਉਂਕਿ ਬੀਜੇਪੀ ਦੀ ਤੋਂ ਤਾਂ ਡਰਦੇ ਆ, ਬੀਜੇਪੀ ਦੇ ਤਾਂ ਹੱਥ ਕੰਬਦੇ ਆ ਅਤੇ ਇਸ ਵੇਲੇ ਕਾਂਗਰਸ ਨੂੰ ਜਿਹੜੀ ਆ ਉਹ ਅਟੈਕ ਕਰ ਰਹੇ ਆ ਅਤੇ ਉੱਥੇ ਕਾਂਗਰਸ ਦੀ ਵੋਟਾਂ ਲੈਣ ਨੂੰ ਹਿਮਾਚਲ ਤੇ ਗੁਜਰਾਤ 'ਚ ਉਹ ਇਹੋ ਜਿਹੇ ਕੇਸ ਆ ਆਉਣ ਵਾਲੇ ਇਲੈਕਸ਼ਨਾਂ ਤੋਂ ਪਹਿਲਾਂ ਹੋਰ ਦਰਜ ਕਰਨਗੇ ਸਾਡੇ 'ਤੇ, ਹੋਰ ਜ਼ਬਰ ਕਰਨਗੇ, ਹੋਰ ਧੱਕਾ ਕਰਨਗੇ। ਪਰ ਲੋਕ ਦੇਖ ਰਹੇ ਆ, ਲੋਕ ਸਮਝ ਰਹੇ ਆ ਅਤੇ ਇਸ ਕਰਕੇ ਆਹੀ ਲੁਧਿਆਣਾ ਸ਼ਹਿਰ ਆ ਸਾਡਾ। ਇਹ ਗੱਲ ਫੇਰ ਕਰਾਂਗੇ ਵੀ ਅੱਜ ਕਿੱਥੇ ਲਿਆ ਕੇ ਸਿੱਟਤਾ ਇਹ ਸ਼ਹਿਰ, ਸਾਡਾ ਕੋਈ ਪੈਸਾ ਨਹੀਂ, ਉਹ ਗੱਲਾਂ ਚਲੋ ਬਾਅਦ 'ਚ ਕਰਦੇ ਹਾਂ। ਅੱਜ ਸਿਰਫ ਅਸੀਂ ਬਹੁਤ ਇਹ ਨਿੰਦਨੀय ਘਟਨਾ ਹੋਈ ਹੈ, ਜਿੰਨਾ ਇਹ 'ਤੇ ਮੈਂ ਸਮਝਦਾ ਜਿੰਨਾ ਵੀ ਇਹਨੂੰ ਨਿੰਦਿਆ ਜਾਏ ਛੋਟਾ ਹੈ। ਭਗਵੰਤ ਮਾਨ ਸਾਹਿਬ ਆਪਣੇ MLA ਨੂੰ ਦੇਖਣ, ਉਹਨਾਂ ਨੂੰ ਥੋੜ੍ਹਾ ਬਹੁਤਾ ਨਹੀਂ, ਸਾਡਾ ਨਹੀਂ ਕੁਛ ਹੋ ਰਿਹਾ, ਅਸੀਂ ਤਾਂ ਸਭ ਚੱਲ ਲਾਂਗੇ। ਇਹ ਮਮਤਾ ਆਸ਼ੂ ਇਹ ਸਭ ਅਸੀਂ ਟ੍ਰੇਨਡ ਆ ਇਸ ਗੱਲਾਂ 'ਚ, ਇਹ ਅਸੀਂ ਕੋਈ ਕਮਜ਼ੋਰ ਨਹੀਂ ਗੇ, ਚੱਲ ਲਾਂਗੇ ਸਭ ਕੁਛ। ਅਸੀਂ ਤਾਂ ਸਭ ਨੇ ਅੱਤਵਾਦੀਆਂ ਦੀ ਉਹਨਾਂ ਦੀ ਲੜਾਈ ਲੜੀ ਹੋਈ ਆ, ਇਹਨਾਂ ਨੇ ਸਭ ਨੇ ਦੇਖਿਆ ਹੋਇਆ ਕਿਸ ਤਰੀਕੇ ਨਾਲ ਆਪਣੇ ਜਵਾਨੀ 'ਚ ਆਪਣੇ ਮਾਂ-ਬਾਪ ਗੋਲੀਆਂ ਦੇ ਘਾਟ ਚੜ੍ਹਾਤੇ ਸੀ। ਇਸ ਕਰਕੇ ਇਹ ਨਹੀਂ ਗੱਲ, ਪਰ ਇਹਦੇ ਨਾਲ ਨੁਕਸਾਨ ਭਗਵੰਤ ਮਾਨ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਦੀ ਛਵੀ ਦਾ ਹੋ ਰਿਹਾ, ਜਿਹੜੀ ਕਿ ਬਿਲਕੁਲ ਤੁਸੀਂ ਆਪੋਜ਼ਿਟ ਹੋਏ ਤੁਸੀਂ ਇੱਕ ਬਦਲਾਅ ਨਹੀਂ, ਤੁਸੀਂ ਬਦਨਾਮ ਪਾਰਟੀ ਇਕੱਠੀ ਹੋ ਚੁੱਕੀ ਹੈ। MLA ਸਾਹਿਬ ਅੱਜ ਜਿਹੜੀ ਤਲਖੀ ਦੇਖਣ ਨੂੰ ਮਿਲੀ ਹੈ ਸਾਬਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਸਫਾਈ ਸੇਵਕਾ ਜੀ, ਕਿਹਾ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਤੁਹਾਡੇ ਵੱਲੋਂ ਉਹ ਭੇਜੇ ਗਏ ਨੇ, ਉਹਨਾਂ ਨੂੰ ਆਰੋਪ ਲਗਾਇਆ ਸੰਸਦ ਨੇ। ਦੇਖੋ ਸਰਦਾਰ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਜੋ ਕਿ ਬੜੇ ਸਤਿਕਾਰਯੋਗ ਨੇ, ਉਹਨਾਂ ਨੂੰ ਐਸੇ ਬੇਤੁਕੇ ਬਿਆਨ ਨਹੀਂ ਦੇਣੇ ਚਾਹੀਦੇ, ਬਿਨਾਂ ਸੋਚੇ ਸਮਝੇ ਜੋ ਉਹਨਾਂ ਦੇ ਮੂੰਹ 'ਚ ਆਉਂਦਾ ਬੋਲ ਦਿੰਦੇ ਨੇ। ਜਦ ਕਿ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ, ਸੰਘਰਸ਼ ਕਮੇਟੀ ਆ ਜਾਂ ਜੋ ਵੀ ਜਿੰਨਾ ਮੁਲਾਜ਼ਮਾਂ ਨਾਲ ਹੋਇਆ, ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਸੁਣ ਰਿਹਾ ਕਿ ਵੀ ਉੱਥੇ ਆ ਕੁਛ ਹੋਇਆ। ਮੈਂ ਤਾਂ ਆਪਦੇ ਸਵੇਰ ਦਾ ਫੰਕਸ਼ਨਾਂ ਦੇ ਵਿੱਚ ਆ, ਹੁਣੇ ਮੈਂ ਆਇਆ, ਘਰੇ ਆਇਆ ਅਤੇ ਘਰੋਂ ਮੈਂ ਹੁਣ ਦੁਬਾਰਾ ਫੇਰ ਫੰਕਸ਼ਨਾਂ 'ਚ ਜਾ ਰਿਹਾ ਹਾਂ। ਕੱਲ੍ਹ ਵਾਲੀ ਤਲਖੀ ਜਿਹੜੀ ਹੋਈ ਹੈ ਉਸ ਤੋਂ ਬਾਅਦ ਗੁੱਸਾ ਕੱਢਿਆ ਗਿਆ। ਦੇਖੋ ਕਹਿੰਦੇ ਹੁੰਦੇ ਨਾ ਵੀ ਨਾਚ ਨਾ ਜਾਣੇ ਆਂਗਣ ਟੇੜੇ ਵਾਲੀ ਗੱਲ ਹੈ। ਇਹਨਾਂ ਤੋਂ 10 ਸਾਲ 'ਚ ਇਹਨਾਂ ਦੀ ਬਿੱਟੂ ਸਾਹਿਬ ਨੂੰ ਪੁੱਛੋ ਵੀ ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਉਦੋਂ ਕਿਉਂ ਨਹੀਂ ਪੱਕੇ ਕਰਾਏ। ਜੇ ਸਾਡੇ ਮਾਨਯੋਗ ਭਗਵੰਤ ਮਾਨ ਜੀ ਨੇ ਮੁਲਾਜ਼ਮ ਪੱਕੇ ਕਰਾਤੇ ਔਰ ਸਿੰਬੋਲਿਕ ਉਹਨਾਂ ਨੇ ਗੋਗੀ ਜੀ ਉਸ ਸਰਕਾਰ ਦੇ ਵਿੱਚ ਤੁਸੀਂ ਵੀ ਸੀਗੇ, ਤੁਸੀਂ ਚੇਅਰਮੈਨ ਸੀਗੇ, ਤੁਸੀਂ ਵੀ ਇਸ ਆਵਾਜ਼ ਨੂੰ ਉਠਾਇਆ ਸੀਗਾ, ਤੁਸੀਂ ਆਪਣੇ ਵਾਰਡ ਦੇ ਵੀ ਕਈ ਬੰਦਿਆਂ ਦਾ ਜ਼ਿਕਰ ਕੀਤਾ ਸੀਗਾ, ਹਾਲੇ ਤੱਕ ਯਾਦ ਆ ਤੁਸੀਂ ਇੱਕ ਡੈਥ ਹੋ ਗਈ ਸੀ ਉਸ ਦਾ ਵੀ ਕੇਸ ਦਾ ਜ਼ਿਕਰ ਕੀਤਾ ਸੀਗਾ। ਬਿਲਕੁਲ, ਮੈਂ ਤਾਂ ਹਮੇਸ਼ਾ ਦੇਖੋ ਇਹਨਾਂ ਵਿਚਾਰੇ ਜੋ ਸਾਡੇ ਸਫਾਈ ਸੇਵਕ ਨੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਇੰਨਾ ਕੰਮ ਕੀਤਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੋਕ ਅੰਦਰ ਸੀ, ਇਹ ਸੜਕਾਂ 'ਤੇ ਸੀ ਔਰ ਹਰ ਜਿਵੇਂ ਕਿ ਸੰਸਕਾਰ ਕਰਨ ਨੂੰ ਆਪਣਿਆਂ ਦੇ ਲੋਕ ਛੱਡ ਗਏ ਸੀ, ਡੈੱਡ ਬੋਡੀਜ਼ ਨੂੰ ਉਹਨਾਂ ਦੇ ਸੰਸਕਾਰ ਤੱਕ ਕਰਦੇ ਹੁੰਦੇ ਸੀ। ਲੇਕਿਨ सांसद ने कहा है कि एक अकेली महिला के हुआ ये हमला करवाया, विधायक का नाम है भगवंत मान, सरकार को शर्म आनी चाहिए। ਦੇਖੋ ਗੱਲ ਇਹ ਆ, ਬਿੱਟੂ ਜੀ ਨੂੰ ਹੁਣ ਗੱਲ ਤਾਂ ਕੋਈ ਆਉਂਦੀ ਨਹੀਂ। ਉਹ ਪਹਿਲੀ ਗੱਲ ਤਾਂ ਆਪ ਤਾਂ ਉਹ ਨਜ਼ਰ ਨਹੀਂ ਆਉਂਦੇ, ਉਹ ਤਾਂ ਅੱਜ ਮੇਰਾ ਖਿਆਲ ਤੁਹਾਨੂੰ ਪਤਾ ਨਹੀਂ ਕਿੱਥੋਂ ਲੱਭ ਲੁੱਭ ਕੇ, ਸ਼ੁਕਰ ਕਰੋ ਉਹਨਾਂ ਦੀ ਸ਼ਕਲ ਤੁਸੀਂ ਦੇਖ ਲਈ ਆ। ਜਦ ਕਿ ਇਹਨਾਂ ਦੀ ਸਰਕਾਰ ਤਾਂ ਪੱਕੇ ਨਹੀਂ ਹੋਏ। ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੱਕੇ ਕਰਤੇ ਤੇ ਜੋ ਮਤਾ ਅਸੀਂ ਲੈ ਕੇ ਆਏ ਸੀਗੇ ਕਾਰਪੋਰੇਸ਼ਨ ਦੇ ਵਿੱਚ ਹਾਊਸ ਇਹਨਾਂ ਦਾ ਸਰਕਾਰ ਦੇ ਸਮੇਂ ਪਾਸ ਹੋ ਗਿਆ ਸੀ, ਕਿਹੜਾ ਫਿਰ ਕਿਉਂ ਨਹੀਂ ਉਹਨਾਂ ਚਿੱਠੀਆਂ ਦਿੱਤੀਆਂ, ਕਿਉਂ ਨਹੀਂ ਉਹਨਾਂ ਨੂੰ ਉਦੋਂ ਉਹਨਾਂ ਨੂੰ ਅਪਾਇੰਟਮੈਂਟਸ ਲੈਟਰ ਦਿੱਤੀਆਂ ਤਾਂ ਕਿ ਉਹ ਆਪਣੇ ਇਹ ਅੱਜ ਉਹ ਜੋ ਰੋਸ ਕਰ ਰਹੇ ਆ ਇਸ ਲਈ ਕਰ ਰਹੇ ਆ ਨਾ। ਮਮਤਾ ਆਸ਼ੂ ਕਹਿ ਰਹੇ ਨੇ ਕਿ ਮਰੇ ਬੰਦਿਆਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਗੱਲ ਇਹ ਆ, ਇਹ ਸਿਰਫ ਤੇ ਸਿਰਫ ਇੱਕ ਬੇਬੁਨਿਆਦ ਗੱਲਾਂ ਨੇ ਜਿਨ੍ਹਾਂ ਦਾ ਕੋਈ ਵੀ ਤੁੱਕ ਨਹੀਂ ਹੈਗਾ। ਜੋ ਵੀ 4 IAS ਆਫੀਸਰ, ਕਮਿਸ਼ਨਰ ਕਾਰਪੋਰੇਸ਼ਨ, 2 ਜੁਆਇੰਟ ਕਮਿਸ਼ਨਰ ਸਾਰੇ ਰਲ ਕੇ ਜਦੋਂ ਇਹ ਲਿਸਟਾਂ ਬਣਾਉਂਦੇ ਨੇ, ਸਾਰਾ ਕੁਝ ਹੁੰਦਾ ਹੈਗਾ ਤੇ ਮਰਿਆਂ ਦੀਆਂ ਲਿਸਟਾਂ ਥੋੜੀ ਬਣ ਜਾਣੀਆਂ ਦੋਸਤ। ਉਹਨਾਂ ਨੂੰ ਆਪਣੀਆਂ ਨੌਕਰੀਆਂ ਪਿਆਰੀਆਂ ਨਹੀਂ। ਪਰ ਜ਼ਿਕਰ ਵੀ ਆਇਆ ਸੀ ਪਿੱਛੇ, ਜੇ ਖੁਲਾਸਾ ਵੀ ਹੋਇਆ ਸੀਗਾ। ਦੇਖੋ ਮੇਰੀ ਗੱਲ ਸੁਣੋ, ਕੋਈ ਤਕਨੀਕੀ ਤੌਰ 'ਤੇ ਜੇ ਕੋਈ ਅੱਧਾ ਰਹਿ ਗਿਆ ਹੋਊਗਾ ਉਹ ਤਾਂ ਜੋ ਇਹਨਾਂ ਦੀ ਕੱਲ੍ਹ ਵੀ ਮੇਰਾ ਖਿਆਲ ਇਹਨਾਂ ਦੀ ਪਰਸੋਂ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹਨਾਂ ਦੀ ਉੱਥੇ ਆਲ ਪਾਰਟੀ ਮੀਟਿੰਗ ਸੀ, ਉਹ 'ਚ ਏਜੰਡੇ ਨੂੰ ਡਿਸਕਸ ਕਰ ਲੈਂਦੇ। ਕੱਲ੍ਹ ਉੱਥੇ ਰੌਲਾ ਪਾਉਣ ਦੀ ਕੀ ਲੋੜ ਸੀ ਹਾਊਸ 'ਚ ਇਹਨਾਂ ਨੂੰ? ਉੱਥੇ ਸਮਤੇ ਸਤਿਕਾਰ ਦੇ ਨਾਲ ਉਹਨਾਂ ਲੋਕਾਂ ਦੀਆਂ ਅਸੀਸਾਂ ਲੈਂਦੇ। ਜੇ ਅਸੀਂ ਪਾਸ ਕਰਨ ਨੂੰ ਕਿਹਾ ਸੀ, ਇਹਨਾਂ ਨੂੰ ਵੀ ਨਾਲ ਸੈਕਿੰਡ ਕਰਨਾ ਚਾਹੀਦਾ। ਠੀਕ ਹੈ ਜੀ, ਸਹੀ ਕੰਮ ਹੈ। 10-10 20-20 ਸਾਲ ਤੋਂ ਸੜਕਾਂ ਦੇ ਵਿਚਾਰੇ ਝਾੜੂ ਲਾ ਰਹੇ ਗਰੀਬ ਲੋਕ ਨੇ, ਇਹਨਾਂ ਨੂੰ ਪੱਕਿਆਂ ਕੀਤਾ ਜਾਵੇ। ਇਸ ਤਾਂ ਪੱਕੇ ਕਰਨ ਦੀ ਸਾਡੀ ਤਾਂ ਸੀ ਨਾ ਵੀ ਇਹਨਾਂ ਨੂੰ ਪੱਕਿਆਂ ਕਰੋ। ਔਰ ਇਹ ਉਹਦੇ ਚੀਜ਼ ਦੇ ਵਿੱਚ ਆ ਕੇ
ਅੜਿੱਕਾ ਬਣਦੇ ਨੇ। ਇਹ ਬੜੀ ਮਾੜੀ ਗੱਲ ਹੈ ਇਹਨਾਂ ਲੋਕਾਂ ਵਾਸਤੇ, ਤਾਂ ਹੀ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦੇ ਕੇ ਘਰ ਬਿਠਾਤਾ ਹੈਗਾ। ठीक है।